Welcome guys on my YouTube channel. You are watching my channel IELTS with Sophia. Guys, ਅੱਜ ਆਪਾਂ ਕਰਨ ਲੱਗੇ ਹਾਂ ਰੀਡਿੰਗ IELTS ਫੀਵਰ ਟੈਸਟ ਨੰਬਰ 50। ਠੀਕ ਹੈ, ਇਹਦਾ ਸੈਕਿੰਡ ਪੈਸੇਜ ਮੈਂ ਤੁਹਾਨੂੰ ਕਰਵਾਉਂਗੀ। ਉਸ ਦੇ ਵਿੱਚ ਆਪਾਂ ਕਰਾਂਗੇ ਪੈਰਾਗ੍ਰਾਫ ਵਿੱਚ ਕੰਟੇਨ ਦੀ ਫੋਲੋਇੰਗ ਇਨਫੋਰਮੇਸ਼ਨ। ਠੀਕ ਹੈ, ਜਿਹੜੇ ਲਿਸਟ ਆਫ ਹੈਡਿੰਗ ਦੀ ਤਰ੍ਹਾਂ ਹੁੰਦੇ ਆ, ਹੈਡਿੰਗਸ ਮੈਚ ਕਰਨੇ ਹੁੰਦੇ ਆ। ਗਾਇਸ, ਇਹ ਵਾਲਾ ਪੈਸੇਜ, ਇਹ ਵਾਲੀ ਰੀਡਿੰਗ ਹੈਲਥ ਇਨ ਦਾ ਵਾਈਲਡ, ਠੀਕ ਹੈ, ਜਿਹਨੂੰ ਮੈਂ ਹਾਈਲਾਈਟ ਕੀਤਾ ਹੋਇਆ ਵੈ। ਇਹ ਰੀਡਿੰਗ ਆਈ ਸੀ 19 ਨਵੰਬਰ 2022 ਨੂੰ ਪੇਪਰ ਦੇ ਵਿੱਚ, ਰੀਅਲ ਐਗਜ਼ਾਮ ਦੇ ਵਿੱਚ। ਅਗਰ ਤੁਸੀਂ ਇਹਦਾ PDF ਲੈਣਾ ਚਾਹੁੰਦੇ ਹੋ ਦੈਨ ਮੇਰੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ IELTS with Sophia, ਤਾਂ ਕਿ ਤੁਸੀਂ ਉੱਥੋਂ ਇਹ ਵਾਲਾ PDF ਡਾਊਨਲੋਡ ਕਰਕੇ ਤੇ ਆਪਣੀ ਰੀਡਿੰਗ ਸੋਲਵ ਕਰ ਸਕੋ। ਠੀਕ ਹੈ, ਹੁਣ ਆਪਾਂ ਕਰੀਏ ਇਹਦੇ ਸੈਕਿੰਡ ਪੈਸੇਜ ਦੇ ਪੈਰਾਗ੍ਰਾਫ ਵਿੱਚ ਕੰਟੇਨ ਦੀ ਫੋਲੋਇੰਗ ਇਨਫੋਰਮੇਸ਼ਨ। ਆ ਲਿਖਿਆ ਵਾ ਵਿਚ ਪੈਰਾਗ੍ਰਾਫ ਕੰਟੇਨ ਦੀ ਫੋਲੋਇੰਗ ਇਨਫੋਰਮੇਸ਼ਨ। ਠੀਕ ਹੈ, ਇਹ ਵਾਲੀਆਂ 5 ਹੈਡਿੰਗਸ ਹੈ। 5 ਮਤਲਬ ਕਿ ਇਹ ਵਾਲੀਆਂ ਜਿਹੜੀਆਂ ਆਪਾਂ ਇਨਫੋਰਮੇਸ਼ਨ 5 ਹੈਡਿੰਗ ਹੈ, ਇਹ ਵਾਲੀਆਂ ਆਪਾਂ ਮੈਚ ਕਰਨੀਆਂ ਮੈਂ ਪੈਰਾਗ੍ਰਾਫ ਦੇ ਨਾਲ ਕਿ A to F ਪੈਰਾਗ੍ਰਾਫ ਦੇ ਵਿੱਚੋਂ ਕਿਹੜੀ ਹੈਡਿੰਗ ਤੁਹਾਡੀ ਮੈਚ ਹੋ ਰਹੀ ਹੈ। ਠੀਕ ਹੈ, ਇਹ ਆਪਾਂ ਹੁਣ ਕਰਨ ਲੱਗੇ ਹਾਂ। ਗਾਇਸ, ਵੀਡੀਓ ਨੂੰ ਵਾਚ ਕਰਨਾ ਟਿਲ ਐਂਡ, ਬਿਕੋਜ਼ ਆਈ ਨੋ ਵੈਰੀ ਵੈਲ ਕਿ ਇਹ ਵਾਲੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਫਰੂਟਫੁਲ ਪ੍ਰੂਵ ਹੋਏਗੀ। ਬਿਕੋਜ਼ ਤੁਹਾਨੂੰ ਉਹਨਾਂ ਗੱਲਾਂ ਦਾ ਪਤਾ ਲੱਗੇਗਾ ਜਿਹੜੀਆਂ ਗੱਲਾਂ ਦਾ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਜਾਂਦਾ ਜਾਂ ਤੁਹਾਨੂੰ ਪਹਿਲਾਂ ਪਤਾ ਨਹੀਂ ਹੁੰਦਾ। ਠੀਕ ਹੈ, ਸਭ ਤੋਂ ਪਹਿਲਾਂ ਵਿਚ ਪੈਰਾਗ੍ਰਾਫ ਕੰਟੇਨ ਦੀ ਫੋਲੋਇੰਗ ਇਨਫੋਰਮੇਸ਼ਨ ਦੇ ਵਿੱਚ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਅੰਡਰਲਾਈਨ ਕਰਾਂਗੇ ਕੀਵਰਡਸ ਨੂੰ ਸਰਕਲ ਕਰਾਂਗੇ। ਸਭ ਤੋਂ ਪਹਿਲਾਂ ਜਸਟ ਤੁਸੀਂ ਇਹੀ ਕਰਨਾ ਹੈ। ਠੀਕ ਹੈ, ਬ੍ਰੇਕ ਥਰੂ ਦਾ ਮਤਲਬ ਬਹੁਤ ਸਟੂਡੈਂਟਸ ਨੂੰ ਨਹੀਂ ਪਤਾ ਹੁੰਦਾ, ਤੇ ਬ੍ਰੇਕ ਥਰੂ ਇੱਕ ਰਿਪੀਟਡ ਵਰਡ ਹੈ ਇਨ ਰੀਡਿੰਗ ਮੋਡਿਊਲ ਦੇ ਵਿੱਚ। ਠੀਕ ਹੈ, ਬ੍ਰੇਕ ਥਰੂ ਦਾ ਮਤਲਬ ਹੁੰਦਾ ਵੈ ਸਡਨਲੀ ਡਿਵੈਲਪਮੈਂਟ ਹੋ ਜਾਣੀ। ਠੀਕ ਹੈ, ਸਡਨਲੀ ਡਿਵੈਲਪਮੈਂਟ ਹੋ ਜਾਣੀ, ਜਾਂ ਤੁਸੀਂ ਇੱਕ ਟਾਸਕ 1 ਦੇ ਵਿੱਚ ਸਡਨਲੀ ਦੀ ਥਾਂ 'ਤੇ ਯੂਜ਼ ਕਰਦੇ ਹੋ ਵਰਡ ਡਰਾਮੈਟਿਕ। ਠੀਕ ਹੈ, ਡਰਾਮੈਟਿਕ ਡਿਵੈਲਪਮੈਂਟ ਹੋ ਜਾਣੀ ਜਾਂ ਫਿਰ ਸਡਨਲੀ ਡਿਵੈਲਪਮੈਂਟ ਹੋ ਜਾਣੀ। ਠੀਕ ਹੈ, ਵਿਕਾਸ ਹੋ ਜਾਣਾ, ਅਚਾਨਕ ਵਿਕਾਸ ਹੋ ਗਿਆ ਇਨ ਦਾ ਕੋਰਸ ਆਫ ਮਲੇਰੀਆ, ਮਤਲਬ ਕਿ ਜਾਂ ਤਾਂ ਫਿਰ ਘਟ ਗਈ ਹੋਣੀ ਹੈ, ਇਹ ਵਿਕਾਸ ਹੋ ਗਿਆ ਹੋਣਾ, ਜਾਂ ਫਿਰ ਵੱਧ ਗਈ ਹੋਣੀ ਹੈ। ਠੀਕ ਹੈ, ਸਟੋਰੀ ਦੱਸਣੀ ਹੈ ਅੱਜ ਦੇ ਰੀਡਰਸ ਦੀ, ਟੂਡੇਜ਼ ਰੀਡਰਸ। ਠੀਕ ਹੈ, ਕਹਾਣੀ ਦੱਸਣੀ ਹੈ। ਇੱਕ ਡਿਸਕ੍ਰਿਪਸ਼ਨ ਐਕਸਪਰਟ ਦਾ ਹੂ ਡਿਡ ਨੋਟ ਡੂ ਐਨੀਥਿੰਗ, ਜਿਸਨੇ ਕੁਝ ਵੀ ਨਹੀਂ ਕੀਤਾ ਸੀ ਮਨਾ ਕਰਨ ਦੇ ਲਈ। ਡਿਸੀਜ਼ ਸਪਰੈਡ ਆਫ ਡਿਸੀਜ਼, ਮਤਲਬ ਡਿਸੀਜ਼ ਦੇ ਫੈਲਣ ਤੋਂ ਉਹਨੇ ਕੋਈ ਵੀ ਸਟੈਪ ਨਹੀਂ ਚੁੱਕਿਆ ਸੀ। ਠੀਕ ਹੈ, ਪਹਿਲਾਂ ਦੇਖੋ ਧਿਆਨ ਦੇ ਨਾਲ, ਮੈਂ ਤਿੰਨੋਂ ਪੜ੍ਹ ਲਈਆਂ। ਸੈਟਬੈਕ, ਬੈਟਲ ਅਗੇਂਸਟ। ਠੀਕ ਹੈ, ਬੈਟਲ ਅਗੇਂਸਟ ਮਲੇਰੀਆ ਦੇ ਵਿਰੁੱਧ ਬੈਟਲ, ਗੌਰਮੈਂਟ ਪੋਲਿਸੀ ਦੇ ਕਾਰਨ। ਠੀਕ ਹੈ, ਇੱਕ ਡਿਸਕ੍ਰਿਪਸ਼ਨ ਦੇਣਾ ਮੈਂ ਕਿ ਮਲੇਰੀਆ ਕਿੱਦਾਂ ਅਫੈਕਟ ਕਰਦਾ ਹੈ ਹਿਊਮਨ ਬੋਡੀ ਨੂੰ। ਠੀਕ ਹੈ, ਪਹਿਲਾਂ ਕੀ ਕਰਨਾ ਮੈਂ ਤਾਂ ਹੁਣ 5 ਪੜ੍ਹ ਲਏ, ਤੁਸੀਂ 3 ਪੜ੍ਹ ਲਓ, ਤੁਸੀਂ 2 ਪੜ੍ਹ ਲਓ। ਮੈਂ ਆਪਣੇ ਔਨਲਾਈਨ ਸਟੂਡੈਂਟਸ ਨੂੰ ਵੀ ਇਹੀ ਕਹਿੰਦੀ ਹਾਂ ਕਿ ਕਦੇ ਇੱਕ ਕੁਐਸਚਨ ਨਾ ਪੜ੍ਹੋ। ਹੁਣ ਜਿਵੇਂ ਇੱਥੇ ਟਰੂ ਫਾਲਸ ਦਿੱਤੇ ਆ, ਪਹਿਲੇ 2 ਪੜ੍ਹ ਲਓ, ਕਦੇ ਵੀ ਇੱਕ ਪੜ੍ਹ ਕੇ ਨਾ ਕਰੋ। ਇਸ ਦੇ ਨਾਲ ਹੋ ਸਕਦਾ ਤੁਹਾਨੂੰ ਪਹਿਲਾ ਨਾ ਮਿਲੇ ਦੂਸਰਾ ਮਿਲ ਜੇ, ਦੂਸਰਾ ਨਾ ਮਿਲੇ ਤੀਸਰਾ ਮਿਲ ਜੇ, ਇੱਕ ਤੁਹਾਡੀ ਟਾਈਮ ਬੱਚਤ ਹੈ। ਠੀਕ ਹੈ, ਹੁਣ ਦੇਖੋ ਮੈਂ ਸਾਰੇ ਇੱਕ ਵਾਰੀ ਰੀਡ ਕਰ ਲਏ, ਦੁਬਾਰਾ ਫਿਰ ਮੈਂ ਰੀਡ ਕਰਨ ਲੱਗੀ ਕਿਉਂਕਿ ਹੁਣ ਮੈਂ ਪੈਸੇਜ ਵਿੱਚ ਜਾਣਾ ਮੈਂ। ਬ੍ਰੇਕ ਥਰੂ ਥਿਊਰੀ ਕੋਜ਼ ਮਲੇਰੀਆ, ਟੂਡੇਜ਼ ਰੀਡਰਸ ਦੀ ਸਟੋਰੀ। ਡਿਸਕ੍ਰਿਪਸ਼ਨ ਐਕਸਪਰਟ ਡਿਡ ਨੋਟ ਡੂ, ਕੁਝ ਵੀ ਨਹੀਂ ਕੀਤਾ। ਰਿਸਟ੍ਰਿਕਟ ਸਪਰੈਡ ਆਫ ਡਿਸੀਜ਼, ਬਸ ਜਸਟ ਇੰਨਾ ਪੜ੍ਹ ਲਓ, ਸਮਝ ਲੱਗ ਗਈ। ਸੈਟਬੈਕ, ਬੈਟਲ ਅਗੇਂਸਟ ਮਲੇਰੀਆ ਡਿਊ ਟੂ ਗਵਰਨਮੈਂਟ ਪੋਲਿਸੀਜ਼। ਡਿਸਕ੍ਰਿਪਸ਼ਨ, ਮਲੇਰੀਆ ਅਫੈਕਟ ਹਿਊਮਨ ਬੋਡੀ। ਗਾਇਸ, ਤੁਸੀਂ ਇਹ ਬਿਲੀਵ ਕਰਨਾ ਮੈਂ ਕਿ ਸੋਫੀਆ ਮੈਡਮ ਤੁਹਾਡੇ ਕੋਲ ਬੈਠ ਕੇ ਤੁਹਾਨੂੰ ਟੀਚ ਕਰ ਰਹੇ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਸਕੇ। ਠੀਕ ਹੈ, ਹੁਣ ਦੇਖੋ ਧਿਆਨ ਦੇ ਨਾਲ, ਇਹਦੇ ਵਿੱਚ ਆਪਾਂ ਇਹ ਪੈਰਾਗ੍ਰਾਫ 'ਚ ਆ ਗਏ। ਇਹ ਪੈਰਾਗ੍ਰਾਫ ਦੇ ਵਿੱਚ ਪਹਿਲੀਆਂ 3 ਲਾਈਨ ਐਂਡ ਲਾਸਟ ਵਾਲੀਆਂ 3 ਲਾਈਨ, ਬਸ ਜਸਟ ਇੰਨਾ ਹੀ ਪੜ੍ਹਨਾ ਤੁਸੀਂ, ਸਮਝ ਲੱਗ ਗਈ। ਹੁਣ ਪੜ੍ਹੋ, ਇਹਦੇ ਵਿੱਚ ਕੀ ਲਿਖਿਆ ਹੋਇਆ, ਹਰ ਕੋਈ ਮਲੇਰੀਆ ਇਜ਼ ਕੈਰੀਡ ਬਾਏ ਮੋਸਕੀਟੋਸ। ਹਰ ਕੋਈ ਇਹ ਜਾਣਦਾ ਕਿ ਮਲੇਰੀਆ ਤਾਂ ਮੋਸਕੀਟੋ ਦੇ ਦੁਆਰਾ ਹੀ ਹੁੰਦਾ ਵਾ, ਪਰ 19th ਸੈਂਚੁਰੀ ਦੇ ਵਿੱਚ ਇਹ ਜਿਹੜੀ ਡਿਸੀਜ਼ ਪ੍ਰੋਡਿਊਸਡ ਕੀਤੀ ਗਈ ਮਿਆਸਮਾ ਦੇ ਦੁਆਰਾ ਔਰ ਪੋਇਜ਼ਨਸ ਆਫ ਦੀ ਏਅਰ, ਅਦਰਸ ਮੇਡ ਲਿੰਕ ਸਵੈਮਸ ਐਂਡ ਵਾਟਰ ਐਂਡ ਮਲੇਰੀਆ। ਓਕੇ, ਇਕਨੋਮਿਕ ਇੰਪੈਕਟ 'ਤੇ ਇੰਪੈਕਟ ਪਿਆ ਇਸ ਡਿਸੀਜ਼ ਦਾ, ਆਰਥਿਕ ਵਿਵਸਥਾ 'ਤੇ ਇੰਪੈਕਟ ਪਿਆ। ਐਪੀਡੈਮਿਕਸ ਵਰ ਬਲੇਮਡ ਔਨ ਵਾਈਡ ਸਪਰੈਡ ਬਿਲੀਫ
ਓਕੇ, ਹੁਣ ਇੱਥੋਂ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗਾ, ਤੁਹਾਡੀ ਕੋਈ ਹੈਡਿੰਗ ਮੈਚ ਨਹੀਂ ਹੋਈ। ਇੱਕ ਮੈਨੂੰ ਪਤਾ ਲੱਗ ਗਿਆ ਇੱਥੇ ਵਰਡ ਲਾਈਫ ਐਕਸਪੈਕਟੈਂਸੀ ਉਹਨਾਂ ਦੀ ਘਟ ਗਈ ਆ, ਵੀ ਲਿਖਿਆ ਨਾ ਟੈਰੀਫਾਈਂਗ, ਮਤਲਬ ਡਿਸਕਰੀਜ਼ ਹੋ ਗਈ, ਡਿਕਰੀਜ਼ ਦੇ ਕਾਰਨ ਉਹਨਾਂ ਦੀ ਕੀ ਹੈ ਡੈਥ। ਠੀਕ ਹੈ, ਹੁਣ ਇਹ ਆਨਸਰ ਕਿਹਦੇ ਨਾਲ ਮੈਚ ਕਰਦਾ ਪਿਆ ਤੁਹਾਡਾ, ਇਹ ਵੇਖੋ ਹੁਣ। ਬ੍ਰੇਕ ਥਰੂ ਡਿਵੈਲਪਮੈਂਟ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਠੀਕ ਹੈ, ਸਟੋਰੀ 2 ਡੇਜ਼ ਰੀਡਰ ਦੀ ਵੀ ਕੋਈ ਗੱਲ ਨਹੀਂ ਹੋਈ, ਡਿਸਕ੍ਰਿਪਸ਼ਨ ਦੇਣਾ ਐਕਸਪਰਟ ਦਾ ਨਹੀਂ ਕੋਈ ਗੱਲ ਹੋਈ, ਬੈਟਲ ਦੀ ਤੇ ਕੋਈ ਗੱਲ ਨਹੀਂ। ਉਹਨਾਂ ਨੇ ਲਾਸਟ ਦੇ ਵਿੱਚ ਕਿਹਾ ਵੈ ਕਿ ਮਲੇਰੀਆ ਨੇ ਕਿੱਦਾਂ ਇਫੈਕਟ ਕੀਤਾ ਹਿਊਮਨ ਬੋਡੀ 'ਤੇ, ਕੋਈ ਮਾੜਾ ਪ੍ਰਭਾਵ ਕੀਤਾ ਤਾਂ ਹੀ ਲਾਈਫ ਐਕਸਪੈਕਟੈਂਸੀ ਘਟੀ, ਤਾਂ ਹੀ ਡੈਥ ਦੇ ਚਾਂਸਿਸ ਵਧੇ। ਮਤਲਬ ਤੁਹਾਡਾ 26 ਆਪਸ਼ਨ ਕੀ ਹੈ ਇਹ। ਹੁਣ ਤੁਸੀਂ ਧਿਆਨ ਨਾਲ ਦੇਖੋ, ਮੈਨੂੰ 22 ਤੋਂ ਲੈ ਕੇ 25 ਤੱਕ ਕੋਈ ਵੀ ਨਹੀਂ ਮਿਲਿਆ, ਸਿੱਧਾ ਡਾਇਰੈਕਟ 26 ਮਿਲਿਆ। ਇਹਨੂੰ ਕਹਿੰਦੇ ਆ ਟਾਈਮ ਬੱਚਤ, ਇਹਨੂੰ ਕਹਿੰਦੇ ਆ ਟਾਈਮ ਸੇਵਿੰਗ। ਦੈਟਸ ਵਾਈ ਮੈਂ ਕਿਹਾ ਵਾ ਪਹਿਲਾਂ ਹੀ ਕਿ ਤਿੰਨ ਚਾਰ ਸਟੇਟਮੈਂਟ ਪਹਿਲਾਂ ਇਕੱਠੀਆਂ ਪੜ੍ਹ ਲਿਆ ਕਰੋ, ਕਿਸੇ ਨੂੰ ਸਰਕਲ ਕਰ ਲਿਆ, ਕਿਸੇ ਨੂੰ ਲਾਈਨ ਕਰ ਲਿਆ, ਅੰਡਰਲਾਈਨ। ਠੀਕ ਹੈ, ਪਹਿਲੀਆਂ 3 ਦੇ ਵਿੱਚ ਨਹੀਂ ਮਿਲਿਆ, ਲਾਸਟ 3 ਦੇ ਵਿੱਚ ਨਹੀਂ ਮਿਲਿਆ, ਫਿਰ ਮਿਡ 'ਚ ਜਾਣਾ ਹੈ। ਪਹਿਲਾਂ ਪਹਿਲੀਆਂ 3 ਪੜ੍ਹੋ। ਇਟਾਲੀਅਨ ਸਾਇੰਟਿਸਟ ਪੈਨਰਿਕ ਵਰਕ able to predict the cycles of fever but it was Rome that further key discoveries were made। देखो उन्होंने डिस्कवरी की गई। ठीक है, डिस्कवरी की गई ਇਹਦਾ ਮਤਲਬ ਕਿ ਖੋਜ। ਠੀਕ ਹੈ, ਲਾਸਟ ਵਾਲੀਆਂ 3 ਲਾਈਨਸ ਦੇ ਵਿੱਚ ਤੁਸੀਂ ਦੇਖੋਗੇ ਕੀ ਲਿਖਿਆ ਹੋਇਆ ਵੈ, ਨਵੀਂ ਥਿਊਰੀ ਓਬਟੇਨਡ ਹੋਈ, ਮਤਲਬ ਨਵੀਂ ਥਿਊਰੀ ਕੀ ਹੋਈ, ਡਿਸਕਵਰ ਹੋਈ। ਠੀਕ ਹੈ, ਫਿਰ ਅੱਗੇ ਆ ਗਿਆ ਵੇ ਜ਼ਰੂਰੀ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਗਈ। ਠੀਕ ਹੈ, ਜ਼ਰੂਰੀ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਗਈ, ਨਵੀਂ ਥਿਊਰੀ ਓਬਟੇਨਡ ਹੋਈ, ਇਹਦਾ ਮਤਲਬ ਕਿ ਨਵੀਂ ਡਿਸਕਵਰੀ ਹੋਈ। ਆਵੇ ਦੱਸਿਆ ਹੋਇਆ ਨਾ ਉਹਨਾਂ ਨੇ, ਪੀਪਲ ਨੂੰ ਇੰਟਰੋਡਿਊਸਡ ਕਰਵਾਇਆ ਗਿਆ, ਜਿੱਥੇ ਹੈਲਥੀ ਪੀਪਲ ਸੀ ਉਹਨਾਂ ਨੂੰ ਇੰਟਰੋਡਿਊਸਡ ਕਰਵਾਇਆ ਗਿਆ ਇਨਟੂ ਮਲੇਰੀਅਲ ਜ਼ੋਨਸ ਦੇ ਵਿੱਚ, ਬਟ ਕੈਪਟ ਫ੍ਰੀ ਆਫ ਮੋਸਕੀਟੋ ਬਾਈਟਸ। ਬਟ ਉਹਨਾਂ ਨੂੰ ਮੋਸਕੀਟੋ ਬਾਈਟਸ ਤੋਂ ਫ੍ਰੀ ਰੱਖਿਆ ਗਿਆ, ਮਤਲਬ ਕਿ ਉਹਨੂੰ ਮੋਸਕੀਟੋ ਨੇ ਬਾਈਟ ਨਹੀਂ ਕੀਤਾ। ਠੀਕ ਹੈ, ਉਹ ਤਾਂ ਉਵੇਂ ਦੇ ਉਵੇਂ ਰਹੇ, ਮਤਲਬ ਕਿ ਉਹਨਾਂ ਨੂੰ ਇਸ ਡਿਸੀਜ਼ ਨੂੰ ਟੈਕਲ ਕਰਨ ਦੇ ਮੈਥਡ ਦੱਸੇ ਗਏ, ਇਨਫੋਰਮੇਸ਼ਨ ਦਿੱਤੀ ਗਈ। ਇਹਦੇ ਵਿੱਚ ਤੁਹਾਡਾ ਕਿਹੜਾ ਆਨਸਰ ਆ ਗਿਆ ਹੁਣ ਦੱਸੋ। ਬ੍ਰੇਕ ਥਰੂ ਮੈਂ ਤੁਹਾਨੂੰ ਦੱਸਿਆ ਸੀ ਸਡਨਲੀ ਡਰਾਮੈਟਿਕ। ਹੁਣ ਸਡਨਲੀ ਡਰਾਮੈਟਿਕ ਤੁਹਾਨੂੰ ਲੱਗਦਾ ਪਿਆ ਨਾ, ਕਿਉਂਕਿ ਨਵੀਂ ਥਿਊਰੀ ਆ ਗਈ, ਉਹਨਾਂ ਨੂੰ ਮੈਥਡ ਦੱਸੇ ਗਏ ਇਸ ਡਿਸੀਜ਼ ਨੂੰ ਟੈਕਲ ਕਰਨ ਦੇ। ਠੀਕ ਹੈ, ਬੀ ਆਪਸ਼ਨ। ਅੱਗੇ ਵੇਖ ਲਓ, 2 ਡੇਜ਼ ਰੀਡਰ ਦੀ ਕੋਈ ਗੱਲ ਨਹੀਂ ਹੋਏਗੀ, ਰਿਸਟ੍ਰਿਕਸ਼ਨ ਦੀ ਵੀ ਕੋਈ ਗੱਲ ਨਹੀਂ ਹੋਈ, ਅਤੇ ਗੌਰਮੈਂਟ ਪੋਲਿਸੀ ਬੈਟਲ ਦੀ ਵੀ ਕੋਈ ਗੱਲ ਨਹੀਂ ਹੋਈ। ਇਹਨੂੰ ਕਹਿੰਦੇ ਆ ਪਹਿਲਾਂ 2 ਜਾਂ 3 ਲਾਈਨਾਂ ਅਤੇ ਲਾਸਟ ਵਾਲੇ 2 ਜਾਂ 3 ਲਾਈਨਾਂ ਦੇ ਵਿੱਚ ਇਨਫੋਰਮੇਸ਼ਨ ਪਈ ਹੁੰਦੀ ਹੈ ਆਲਵੇਜ਼। ਦੇਖੋ ਇੱਥੇ 4 ਵਰਡ ਲਿਖੇ ਸੀ ਗਿਣਤੀ ਦੇ। ਠੀਕ ਹੈ, ਇੱਥੇ ਲਿਖਿਆ ਹੈ ਨਿਊ ਥਿਊਰੀ, ਮਤਲਬ 3rd ਲਾਈਨ ਦੇ ਵਿੱਚ ਤੁਹਾਡਾ ਲਿਖਿਆ ਹੋਇਆ ਸੈਟਬੈਕ ਤੋਂ ਨਿਊ ਥਿਊਰੀ, ਸਡਨਲੀ ਡਿਵੈਲਪਮੈਂਟ। ਠੀਕ ਹੈ, ਉਹ ਵੀ ਐਕਸਟਰਾਆਰਡੀਨਰੀ, ਬਹੁਤ ਵਧੀਆ। ਠੀਕ ਹੈ, 2 ਹੋ ਗਏ। ਹੁਣ ਪਹਿਲੇ 3 ਦੇ ਵਿੱਚ ਵੇਖੋ ਸੀ ਦੇ, ਇੱਥੇ ਡਰੱਗ ਦੀ ਗੱਲ ਹੋਈ ਹੈ, ਟਰੀ ਬਾਰਕ ਦੀ ਗੱਲ ਹੋਈ ਹੈ, ਬਾਰਕ ਲੱਕੜ ਨੂੰ ਕਹਿ ਦਿੰਦੇ ਜਿਹੜੀ ਨੀਚੇ ਹੁੰਦੀ ਹੈ ਟਰੀ ਦੇ। ਠੀਕ ਹੈ, ਕੰਬੈਟ ਫੀਵਰ ਅਤੇ ਮਲੇਰੀਆ ਵਾਰ। ਧਿਆਨ ਨਾਲ ਦੇਖੋ, ਅਗਰ ਤੁਹਾਨੂੰ ਲੱਗਦਾ ਵਾ ਨਾ ਇੱਥੇ ਵਾਰ ਬੈਟਲ ਦੀ ਗੱਲ ਹੋਈ ਹੈ, ਤਾਂ ਉਹਨਾਂ ਨੇ ਡਿਊ ਟੂ ਗੌਰਮੈਂਟ ਪੋਲਿਸੀਜ਼ ਕਿਹਾ ਸੀ, ਇੱਥੇ ਗੌਰਮੈਂਟ ਪੋਲਿਸੀ ਕਿਤੇ ਨਹੀਂ ਲਿਖਿਆ। ਠੀਕ ਹੈ, ਲਾਸਟ ਜਿਹੜੀ 3 ਲਾਈਨਸ ਹੈ ਉੱਥੇ ਡਾਕਟਰਸ ਐਂਡ ਹੋਸਟੈਲਿਟੀ ਦੀ ਗੱਲ ਹੋਈ ਹੈ। ਠੀਕ ਹੈ, ਮਤਲਬ ਸੀ ਆਪਸ਼ਨ, ਸੀ ਪੈਰਾਗ੍ਰਾਫ ਸਾਡਾ ਹੈਗਾ ਨਹੀਂ ਹੈ। ਨੈਕਸਟ ਡੀ। ਠੀਕ ਹੈ, ਮਤਲਬ ਕਿ ਜਿੱਥੋਂ ਤੁਹਾਨੂੰ ਲੱਗਦਾ ਨਾ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ, ਨੈਕਸਟ ਜਾਈਦਾ ਹੁੰਦਾ, ਟਾਈਮ ਵੇਸਟ ਨਹੀਂ ਕਰੀਦਾ। ਲਾਸਟ 3 ਵੇਖੋ ਐਂਡ ਇੱਧਰੋਂ 3 ਅੱਗੇ ਹੋਣਗੀਆਂ। ਡਿਸਪਾਈਟ ਇਨ ਪ੍ਰੋਬਲਮਸ ਬਾਵਜੂਦ ਵੀ ਇਹ ਸਟ੍ਰੈਟੇਜੀ ਸਕਸੈਸਫੁਲ ਹੋਈ। ਡੈਥਸ ਜਿਹੜੀਆਂ ਮਲੇਰੀਆ ਦੇ ਕਾਰਨ ਹੋਈਆਂ ਸੀ ਫਸਟ ਡਿਕੇਡ ਦੇ ਵਿੱਚ, 20th ਸੈਂਚੁਰੀ ਇਨ ਸਮ ਏਰੀਆਜ਼ ਦੇ ਵਿੱਚ। ਆਲ ਟੂਗੈਦਰ ਫਰੋਮ ਦਾ ਸੋਰੇਜ ਆਫ ਡਿਸੀਜ਼ ਵਾਰ। ਆ ਵੀ ਲਿਖਿਆ ਬੈਟਲ ਫੀਲਡ, ਸਮਝ ਲੱਗ ਗਈ। ਬੈਟਲ ਤੁਹਾਡਾ ਮੈਚ ਹੋ ਗਿਆ, ਉੱਥੇ ਲਿਖਿਆ ਸੀ ਗੌਰਮੈਂਟ ਪੋਲਿਸੀ ਅਤੇ ਇੱਥੇ ਤੁਹਾਡਾ ਵਾਰ ਲਿਖਿਆ ਹੋਇਆ, ਇੱਥੇ ਵੀ ਤੁਹਾਡਾ ਵਾਰ ਲਿਖਿਆ, ਬਟ ਇੱਥੇ ਕੀ ਲਿਖਿਆ ਬੈਟਲ, ਉੱਥੇ ਕੀ ਲਿਖਿਆ ਬੈਟਲ ਨਹੀਂ ਲਿਖਿਆ ਹੋਇਆਗਾ। ਠੀਕ ਹੈ, ਫਸਟ ਮੈਚ ਹੋ ਗਿਆ। ਉੱਥੇ ਲਿਖਿਆ ਸੀ ਗੌਰਮੈਂਟ ਪੋਲਿਸੀ, ਇੱਥੇ ਕੀ ਲਿਖਿਆ ਹੋਇਆ, ਉੱਥੇ ਇਹਦੇ ਟੀ। 2 ਮੈਚ ਹੋ ਗਏ ਤੁਹਾਡੇ, ਕਲੀਅਰ ਹੈ। ਹੁਣ ਉਹਨਾਂ ਨੇ ਕਿਹਾ ਨਾ ਮਲੇਰੀਆ ਥਰੂ, ਆਵੇ ਲਿਖਿਆ ਮਲੇਰੀਆ ਡਿਊ ਟੂ ਗੌਰਮੈਂਟ ਪੋਲਿਸੀ। ਦੱਸੋ ਹੁਣ ਕੋਈ ਪ੍ਰੋਬਲਮ ਆਈ? ਜਸਟ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ, ਤੁਸੀਂ ਜਸਟ ਵਾਰ ਵੇਖ ਕੇ ਬੈਟਲ ਵਾਲਾ ਆਨਸਰ ਨਹੀਂ ਇੱਥੇ ਲਗਾ ਦੇਣਾ। ਅਗਰ ਤੁਹਾਨੂੰ ਵਾਰ ਲੱਭ ਗਿਆ, ਤੁਹਾਨੂੰ ਤਾਂ ਲੱਗਾ ਕਿ ਬੈਟਲ ਦੀ ਥਾਂ 'ਤੇ ਵਾਰ ਹੈ, ਪਰ ਤੁਸੀਂ ਇਹ ਵੇਖੋ ਹੁਣ ਗੌਰਮੈਂਟ ਪੋਲਿਸੀ ਹੈਗਾ, ਉਹ ਤਾਂ ਹੈਗਾ ਹੀ ਨਹੀਂ, ਬਟ ਇੱਥੇ ਮੈਂ ਵਾਰ ਵੀ ਦੇਖਿਆ ਅਤੇ ਬੈਟਲ ਵੀ ਵੇਖਿਆ ਅਤੇ ਅਥੋਰਿਟੀ ਗੌਰਮੈਂਟ ਪੋਲਿਸੀ ਵੀ ਵੇਖਿਆ। ਸਮਝ ਲੱਗੀ? ਹੁਣ ਆਪਣੇ ਕੋਲ 2 ਹੀ ਪੈਰਾਗ੍ਰਾਫ ਹੈ, E and F,
ਇੱਥੇ ਦੋ ਹੀ ਹੈਡਿੰਗਸ ਬਚੀਆਂ 23 ਐਂਡ 24 ਠੀਕ ਹੈ। ਹੁਣ 23 ਲੱਭ ਲਓ ਚਾਹੇ 24 ਲੱਭ ਲਓ, ਜਿਹੜਾ ਮਤਲਬ ਕਿ ਲੱਭ ਗਿਆ ਠੀਕ ਹੈ, ਜਿਹੜਾ ਰਹਿ ਗਿਆ ਉਹ ਦੂਸਰੇ ਦਾ ਪੈਰਾ ਆਨਸਰ। ਧਿਆਨ ਨਾਲ ਦੇਖੋ ਹੁਣ ਇੱਥੇ ਪਹਿਲੀਆਂ 3 ਦੇ ਵਿੱਚ ਡੈਲੀਬਰੇਟਲੀ ਦਾ ਮਤਲਬ ਹੁੰਦਾ ਜਾਣ ਬੁੱਝ ਕੇ। ਮੈਸਿਵ ਮਲੇਰੀਆ, ਲਾਰਜ ਲੈਵਲ 'ਤੇ ਮਲੇਰੀਆ ਜਿਹੜਾ ਐਪੀਡੈਮਿਕ ਫੈਲੀ ਹੋਈ ਸੀ ਲੈਜ਼ੀਓ ਦੇ ਵਿੱਚ, ਆਵੇ ਐਕਸਪਰਟ ਦੀ ਗੱਲ ਹੋ ਗਈ। ਇਟਾਲੀਅਨ ਮਲੇਰੀਆ ਐਕਸਪਰਟ ਠੀਕ ਹੈ। ਡਿਡ ਨੋਟ ਡਿਸਟਰੀਬਿਊਟ ਕੁਆइन, ਉਹਨੇ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਮਤਲਬ ਜਾਣਕਾਰੀ ਨਹੀਂ ਡਿਸਟਰੀਬਿਊਟ ਕੀਤੀ। ਐਕਸਪਰਟ ਦੀ ਗੱਲ ਆਪਾਂ ਕਿਹਦੇ 'ਚ ਪੜ੍ਹੀ ਸੀ, ਐਕਸਪਰਟ ਡਿਡ ਨੋਟ ਡੂ ਐਨੀਥਿੰਗ, ਉਹਨੇ ਕੁਝ ਵੀ ਨਹੀਂ ਕੀਤਾ ਠੀਕ ਹੈ। ਐਵੇਂ ਲਿਖਿਆ ਨਾ ਐਕਸਪਰਟ ਡਿਡ ਨੋਟ ਡੂ ਐਨੀਥਿੰਗ, ਇੱਥੇ ਕੀ ਲਿਖਿਆ ਹੋਇਆ ਐਕਸਪਰਟ ਡਿਡ ਨੋਟ ਡਿਸਟਰੀਬਿਊਟ, ਤਾਂ ਫਿਰ ਤੁਹਾਡਾ ਆਨਸਰ ਇਹਦਾ ਕੀ ਹੋ ਗਿਆ ਈ। ਤੇ ਇਹਦੇ 23 ਦਾ ਹੁਣ ਕਿਹੜਾ ਆਨਸਰ ਹੋਏਗਾ, ਦੇਖੋ ਹੁਣ ਈ ਪੈਰਾਗ੍ਰਾਫ ਹੋ ਗਿਆ ਵਾ, ਇੱਥੇ ਕਿਹੜਾ ਬਚਿਆ ਐਫ ਠੀਕ ਹੈ। ਗਾਇਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਪਹਿਲੀਆਂ 2 ਜਾਂ 3 ਲਾਈਨਾਂ ਦੇ ਵਿੱਚ ਤੁਹਾਡਾ ਆਨਸਰ ਪਿਆ ਹੁੰਦਾ, ਵੇਖੋ ਧਿਆਨ ਦੇ ਨਾਲ। ਹੁਣ ਮੈਂ ਇੱਥੇ 3 ਲਾਈਨਾਂ ਪੜ੍ਹਨੀਆਂ ਸਟਾਰਟ ਕੀਤੀਆਂ ਤੇ 5ਵੀਂ ਲਾਈਨ ਦੇ ਵਿੱਚ ਮੈਨੂੰ ਆਨਸਰ ਮਿਲ ਗਿਆ। ਗਾਇਸ ਸੋ ਦੈਟਸ ਵਾਈ ਪੈਰਾਗ੍ਰਾਫ ਵਿਚ ਕੰਟੇਨ ਦੀ ਫੋਲੋਇੰਗ ਇਨਫੋਰਮੇਸ਼ਨ ਬਹੁਤ ਜ਼ਿਆਦਾ ਈਜ਼ੀ ਪਾਰਟ ਹੈ ਇਨ ਰੀਡਿੰਗ ਮੋਡਿਊਲ। ਇਹਦੇ ਵਿੱਚ ਆਪਣੇ ਨੰਬਰ ਬਿਲਕੁਲ ਵੀ ਲੋਸਟ ਨਾ ਕਰਨਾ। ਹੁਣ ਇੱਕ ਰੀਡਿੰਗ ਲਵੋ, ਉਹਦੇ ਵਿੱਚੋਂ ਵਿੱਚ ਪੈਰਾਗ੍ਰਾਫ ਕੰਟੇਨ ਦੀ ਫੋਲੋਇੰਗ ਇਨਫੋਰਮੇਸ਼ਨ ਲਵੋ ਅਤੇ ਸੋਲਵ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ। ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਜੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਇਲਸ ਗਰੁੱਪ ਦੇ ਵਿੱਚ, ਸੋ ਦੈਟ ਫਰੈਂਡਸ ਕੈਨ ਆਲਸੋ ਨੋ ਸਮਥਿੰਗ ਨਿਊ ਐਂਡ ਡਿਫਰੈਂਟ, ਆਲਸੋ ਵੈਲੂਏਬਲ ਫॉर them. Okay guys, God bless you. Now we will meet in the next video. Stay blessed, stay connected.